ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਰੰਗਲਾ ਪੰਜਾਬ ਦੇ ਵਿੱਚ ਤੇ ਲੋ ਫਿਰ ਆਪਾਂ ਗੱਲਬਾਤ ਕਰਾਂਗੇ ਸਰਦਾਰ ਜਸਬੀਰ ਸਿੰਘ ਜੀ ਭੱਟੀ ਸਾਹਿਬ ਨਾਲ। ਭੱਟੀ ਸਾਹਿਬ ਵੈਲਕਮ, ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਮੇਰੇ ਵੱਲੋਂ ਵੀ ਆਪ ਜੀ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੱਟੀ ਸਾਹਿਬ, ਸਰਦਾਰ ਸਿਮਰਜੀਤ ਸਿੰਘ ਮਾਨ ਹੁਣਾਂ ਦਾ ਬਿਆਨ ਅਮਨ ਜੀ ਨੇ ਵੀ ਖਬਰਾਂ ਦੇ ਵਿੱਚ ਸੁਣਾਇਆ, ਮੈਂ ਵੀ ਪੜ੍ਹਿਆ। ਉਹਨਾਂ ਨੇ ਸ਼ਹੀਦ ਭਗਤ ਸਿੰਘ ਉਹਨਾਂ ਦੇ ਉੱਤੇ ਫਿਰ ਇੱਕ ਵਾਰੀ ਕਿੰਤੂ ਪਰੰਤੂ ਕੀਤਾ ਹੈ। ਉਸ ਵਕਤ ਜੋ ਕੁਝ ਹੋਇਆ ਹੈ ਨਾ, ਮਤਲਬ ਜਿਸ ਤਰੀਕੇ ਦੇ ਨਾਲ ਦੇਸ਼ ਦੀ ਆਜ਼ਾਦੀ ਵਾਸਤੇ ਉਹਨਾਂ ਨੇ, ਜਿਸ ਤੱਕ ਇਤਿਹਾਸ ਨੂੰ ਪੜ੍ਹਦੇ ਹਾਂ ਆਪਾਂ, ਵੀ ਜਾਣ ਬੁੱਝ ਕੇ ਤਾਂ ਨਹੀਂ ਸੀ ਉਹਨਾਂ ਨੇ ਕੀਤਾ ਹੈ ਨਾ, ਸਾਂਡਰਸ ਵਾਲਾ ਕਾਂਡ ਜਿਹੜਾ ਵੀ ਹੋਇਆ। ਸਰਦਾਰ ਸਿਮਰਜੀਤ ਸਿੰਘ ਮਾਨ ਨੇ ਫਿਰ ਭਗਤ ਸਿੰਘ ਹੁਣਾਂ ਨੂੰ ਆਪਣੇ ਲਹਿਜੇ ਦੇ ਨਾਲ, ਪਹਿਲਾਂ ਮੈਂ ਇੰਟਰਵਿਊ ਕੀਤੀ ਸੀ ਤੇ ਉਦੋਂ ਇਹਨਾਂ ਨੇ ਇਸ ਉਹ ਸ਼ਾਇਦ ਮੇਰੇ ਕੋਲ ਇੰਟਰਵਿਊ ਕਿਤੇ ਪਈ ਹੋਵੇ, ਜੇ ਲੱਭ ਜਾਵੇ ਤਾਂ ਮੈਂ ਪਲੇ ਕਰਾਂ ਵੀ ਤੁਸੀਂ ਕਿਸ ਸੰਦਰਭ 'ਚ ਕਹਿੰਦੇ ਹੋ। ਕਹਿੰਦੇ ਮੈਂ ਕਹਿੰਦਾ ਕਿ ਅੰਗਰੇਜ਼ ਦੇ ਰਾਜ ਦੇ ਵਿੱਚ ਵੀ ਇਸ ਰੇਡੀਓ ਪ੍ਰੋਗਰਾਮ 'ਤੇ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਇਹ ਗੱਲ ਕਹੀ ਸੀ, ਜਦੋਂ ਉਦੋਂ ਕਿਹਾ ਸੀ ਕਿ ਅੰਗਰੇਜ਼ ਦੇ ਅੱਖਾਂ ਦੇ ਵਿੱਚ ਉਹ ਅੱਤਵਾਦੀ ਸਨ। ਪਰ ਅੱਜ ਦਾ ਜਿਹੜਾ ਬਿਆਨ ਆ ਜੋ ਅਮਨ ਜੀ ਸੁਣਾ ਕੇ ਗਏ ਨੇ, ਬੜਾ ਚਰਚਾ ਬਟੋਰਦਾ ਕਿ ਬੇਦੋਸ਼ੀਆਂ ਨੂੰ ਉਹਨਾਂ ਨੇ ਮਾਰਿਆ। ਸਰਦਾਰ ਸਿਮਰਜੀਤ ਸਿੰਘ ਮਾਨ ਦਾ ਬਿਆਨ, ਭਗਤ ਸਿੰਘ ਹੁਣਾਂ ਦਾ, ਤੇ ਸਰਦਾਰ ਸਿਮਰਜੀਤ ਸਿੰਘ ਮਾਨ ਸੰਤ ਜਰਨੈਲ ਸਿੰਘ ਹੁਣਾਂ ਬਾਰੇ ਮਤਲਬ ਜਿਹੜੇ ਸ਼ਬਦ ਬੋਲਦੇ ਨੇ ਉਹ ਟੋਟਲੀ ਡਿਫਰੈਂਟ ਨੇ। ਬਿਲਕੁਲ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਇੱਕ ਵਾਰ ਫਿਰ ਤੋਂ ਸ੍ਰੀ ਸਾਹਿਬ ਜੋ ਕਿਰਪਾਨ ਹੈ, ਪਤਾ ਲੱਗਾ ਹੈ ਕਿ ਉਹ ਕਹਿੰਦੇ ਕਿ ਮੈਂ ਪਾਰਲੀਮੈਂਟ ਦੇ ਵਿੱਚ ਲੈ ਕੇ ਜਾਵਾਂਗਾ। ਮਤਲਬ ਆਪਣੇ ਆਪ ਨੂੰ ਕੰਟਰੋਵਰਸੀ ਦੇ ਵਿੱਚ ਰੱਖਣਾ, ਜਾਂ ਫਿਰ ਕੀ ਕਹਿਣਾ ਚਾਹੁੰਦੇ ਨੇ ਕਿ ਜੇ ਸ਼ਹੀਦ ਆਜਮ ਭਗਤ ਸਿੰਘ ਅੱਤਵਾਦੀ ਹੈ ਤੇ ਫਿਰ ਉਹਨਾਂ ਦਾ ਬਿਆਨ ਜਿਹੜਾ ਆ, ਕੁਝ ਲੋਕ ਸੰਤ ਜਰਨੈਲ ਸਿੰਘ ਉਹਨਾਂ ਨੂੰ ਵੀ ਉਸ ਨਿਗਾਹ ਨਾਲ ਵੇਖਦੇ, ਫਿਰ ਉਹਨਾਂ ਦੇ ਰਾਜ ਦੇ ਵਿੱਚ ਉਹਨਾਂ ਦੇ ਦੌਰ ਦੇ ਵਿੱਚ ਕੀ ਕੁਝ ਨਹੀਂ ਹੋਇਆ ਹਨਾ। ਜਿੱਥੋਂ ਤੱਕ ਗਏ ਭਗਤ ਸਿੰਘ ਦੀ ਗੱਲ, ਸਰਦਾਰ ਸਿਮਰਜੀਤ ਸਿੰਘ ਮਾਨ ਜਿਹੜੇ ਨੇ ਇਹ ਸ਼ੁਰੂ ਤੋਂ ਕਹਿੰਦੇ ਆਏ ਇੱਕ ਸਿੱਖ ਦਾ ਕਾਤਲ ਚੰਦਨ ਸਿੰਘ ਨੂੰ ਮਾਰਿਆ ਸੀ ਉਹਨੇ ਜੀ, ਔਰ ਨਜਾਇਜ਼ ਮਾਰਿਆ ਸੀ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈਗੀਆਂ ਸੀ। ਉਹਨੇ ਉਹ ਬੰਦਾ ਫੜਿਆ ਸੀਗਾ ਕਿ ਤਿੰਨ ਬੰਦੇ ਸੀ, ਉਹ ਇਕੱਲਾ ਸੀਗਾ ਤੇ ਉਹਨੂੰ ਕਿਹਾ ਛੱਡ ਦੇ, ਉਹਨੇ ਛੱਡਿਆ ਤੇ ਇਹਨਾਂ ਗੋਲੀ ਮਾਰਤੀ। ਤੇ ਪਹਿਲਾਂ ਜਿਹੜਾ ਸਾਲਟਰਸ ਦਾ ਕਾਂਡ ਕੀਤਾ ਸੀ ਉਹ ਮਾਰਨਾ ਦੂਜੇ ਨੂੰ ਸੀ, ਸਕਾਟ ਨੂੰ, ਤੇ ਮਾਰਤਾ ਸਾਲਟਰਸ। ਮਤਲਬ ਉਹ ਜਿਹੜੀ ਗੇਮ ਸੀ ਉਹਨੂੰ ਲੈ ਕੇ ਵੇਖੋ, ਸਰਦਾਰ ਸਿਮਰਜੀਤ ਸਿੰਘ ਮਾਨ ਸਿਰਫ ਇਹ ਨਹੀਂ ਕਹਿ ਰਹੇ ਕਿ ਸਿਰਫ ਤੇ ਸਿਰਫ ਉਹ ਅੱਤਵਾਦੀ ਸੀ। ਜਦੋਂ ਇਹ ਗੱਲ ਚੱਲਦੀ ਸੀ ਕਿ ਜਿਹੜਾ ਚੰਡੀਗੜ੍ਹ ਦਾ ਏਅਰਪੋਰਟ ਉਹ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਰੱਖਿਆ ਜਾਵੇ, ਇਹਨਾਂ ਉਦੋਂ ਵੀ ਵਿਰੋਧ ਕੀਤਾ ਸੀ ਕਿ ਉਹ ਤੇ ਅੱਤਵਾਦੀ, ਉਹਦੇ ਤੇ ਕਾਤਲ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਤੇ ਰੱਖਿਆ ਜਾਵੇ। ਹਰਿਆਣੇ ਵਾਲੇ ਕਹਿੰਦੇ ਸੀ ਮੰਗਲ ਸਿੰਘ ਦੇ ਨਾਂ ਤੇ ਰੱਖਿਆ ਜਾਵੇ। ਜ਼ਮੀਨ ਮੋਹਾਲੀ ਦੀ, ਜ਼ਮੀਨ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ, ਤੇ ਨਾ ਚੰਡੀਗੜ੍ਹ ਏਅਰਪੋਰਟ, ਤੇ ਉਹਦੇ ਤੇ ਕਬਜ਼ਾ ਕਰਨ ਨੂੰ ਫਿਰਦੇ ਨੇ। ਕਹਿੰਦੇ ਜੀ ਮੰਗਲ ਸਿੰਘ ਬਾਰੇ ਲੋਕ ਜਾਣਦੇ ਜੀ, ਕੌਣ ਨਹੀਂ ਹੋਊਗਾ, RSS ਕਿਤੇ ਵਰਕ ਵੀ ਨਹੀਂ ਹੋਊਗਾ। ਲੇਕਿਨ ਮਾਨ ਸਾਹਿਬ ਦੀ ਜਿਹੜੀ ਆਪਣੀ ਸੋਚ ਹੈ ਇਹਦੇ ਬਾਰੇ ਮੈਨੂੰ ਵੀ ਤੱਕ ਸਮਝ ਨਹੀਂ ਆਈ ਕਿ ਘੜੀ ਚ ਮਾਸਾ ਤੇ ਘੜੀ ਥੋੜਾ ਤੁਹਾਡੇ ਕੋਲ ਰਹਿ ਕੇ ਗਿਆ ਤੇ ਕਹਿੰਦੀ ਅੰਗਰੇਜ਼ ਸਮਝਦਾ ਸ਼ੁਦਾ ਤੋਂ, ਅੰਗਰੇਜ਼ ਤੇ ਸਮਝਦੇ ਨਹੀਂ ਸੀਗਾ, ਕੋਈ ਸ਼ੱਕ ਵਾਲੀ ਗੱਲ ਨਹੀਂ। RSS ਤੁਹਾਨੂੰ ਅੱਤਵਾਦੀ ਸਮਝਦੇ ਤੇ ਮਾਨ ਸਾਹਿਬ ਖਾਲਸੇ ਦੀ ਮੰਗ ਕਰਦੇ ਅੱਤਵਾਦੀ ਨੇ, ਇਹ ਵੱਖਵਾਦੀ ਨੇ। ਤੁਹਾਡੇ ਦੇ 85 ਕੇਸ ਦਰਜ ਕੀਤੇ, 30 ਵਜੇ ਤੁਸੀਂ ਜੇਲ੍ਹ ਚ ਗਏ। ਇਸ ਕਰਕੇ ਜਿਹੜੀ ਇਹ ਗੱਲ ਕਰਦੇ ਨੇ ਉਹ ਥੋੜਾ ਜਿਹਾ ਸਮਾਂ ਸੰਦਰਭ ਇਸ ਵੇਖਣੇ ਪੈਣਗੇ। ਦੂਸਰੀ ਚੀਜ਼ ਜਿਹੜੀ ਇਹਦਾ ਕੱਲ ਪਾਣੀਪਤ ਜਾ ਕੇ ਬਿਆਨ ਦਿੱਤਾ, ਪਹਿਲਾਂ ਵੀ ਬਿਆਨਾਂ ਦਾ ਪੜ੍ਹਿਆ ਸੀ ਮੈਂ ਕਿ ਮੈਂ ਕਿਰਪਾਨ ਲੈ ਕੇ ਪਾਰਲੀਮੈਂਟ ਜਾਊਂਗਾ, ਜੇ ਨਹੀਂ ਜਾਣ ਦੇਣਗੇ ਤੇ ਮੈਂ ਸਹੁੰ ਨਹੀਂ ਚੁੱਕੂਗਾ। ਮਾਨ ਸਾਹਿਬ ਇਹੋ ਚੀਜ਼ ਤੇ ਉਹ ਚਾਹੁੰਦੇ ਨੇ ਕਿ ਸਹੁੰ ਨਾ ਚੁੱਕੋ ਬਸ, ਤੇ ਜੇ ਤੁਸੀਂ ਉਹਨਾਂ ਦਾ ਕੰਮ ਆਪ ਹੀ ਕਰ ਦਿਓਗੇ। ਨਹੀਂ, ਇਹਦਾ ਮਤਲਬ ਇੱਥੇ ਪੈ ਗਿਆ ਸਵਾਲ ਕਿ ਸਰਦਾਰ ਸਿਮਰਜੀਤ ਸਿੰਘ ਮਾਨ ਹੁਣਾਂ ਨੇ ਉਸ ਵਕਤ ਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਕੋਲ ਪੇਸ਼ ਹੋ ਕੇ ਜੋ ਆਗਿਆ ਲਈ ਸੀ, ਅੱਜ ਉਹ ਆਗਿਆ ਨੂੰ ਪਿੱਠ ਦਿਖਾਉਣਾ ਚਾਹੁੰਦੇ। ਇਹਦਾ ਮਤਲਬ ਅਕਾਲ ਤਖਤ ਸਾਹਿਬ ਨੂੰ ਪਿੱਠ ਦਿਖਾਉਣਾ ਚਾਹੁੰਦੇ। ਬਿਲਕੁਲ ਉਦੋਂ ਇਹਨਾਂ ਨੇ ਇੰਨੀ ਗੱਲ ਕਹੀ ਸੀ ਜਥੇਦਾਰ ਸਾਹਿਬ ਕੋਲੇ, ਜਥੇਦਾਰ ਜੀ ਆਹ ਕਿਰਪਾਨ ਦਾ ਮਾਮਲਾ, ਸਾਡੇ ਕੋਲ ਕਿਰਪਾਨ ਸਾਨੂੰ ਪਾਰਲੀਮੈਂਟ ਚ ਲੈ ਕੇ ਜਾਣ ਨਹੀਂ ਦਿੱਤਾ ਜਾਂਦਾ।
ਤੇ ਜਥੇਦਾਰ ਸਾਹਿਬ ਨੇ ਕਿਹਾ ਸੀ ਆਪਾਂ ਉੱਥੇ ਜਿਹੜੀ ਆ ਉਹ ਲੜਾਈ ਜਿਹੜੀ ਆ ਉਹ ਵਿਚਾਰਾਂ ਦੀ ਲੜਨੀ ਹੈ, ਨਾ ਕਿ ਤਲਵਾਰਾਂ ਦੀ ਲੜਨੀ ਹੈ। ਤੁਸੀਂ ਕਿਰਪਾਨ ਤੇ ਰੱਖ ਦਿਓ, ਤੁਹਾਡੀਆਂ ਪਿਛਲੀਆਂ ਗਲਤੀਆਂ ਸਾਰੀਆਂ ਮਾਫ, ਤੇ ਗਾਂ ਧਿਆਨ ਨਾਲ ਚੱਲੋ ਜਾ ਕੇ। ਇਹਨਾਂ ਉੱਥੇ ਮੰਨ ਕੇ ਸੀ ਬਕਾਇਆ ਤੌਰ ਤੇ, ਬਿਲਕੁਲ ਠੀਕ ਹੈ ਦੀ ਗੱਲ, ਕਿ ਲੋਕਾਂ ਨੇ ਫਿਰ ਫਤਵਾ ਦੇ ਦਿੱਤਾ ਸੀ ਤੇ 1999 ਚ MP ਬਣ ਗਏ। ਹੁਣ ਜੇ ਤੁਹਾਨੂੰ ਫਿਰ ਫਤਵਾ ਮਿਲਿਆ ਤੇ ਜੇ ਸਿੱਖਾਂ ਦੀ ਆਵਾਜ਼ ਤੁਸੀਂ ਪਾਰਲੀਮੈਂਟ ਜਾ ਕੇ ਬੁਲੰਦ ਨਹੀਂ ਕਰ ਸਕਦੇ, ਜੇ ਫਿਰ ਕਿਰਪਾਨ ਦਾ ਰੌਲਾ ਪਾਉਣਾ ਵਾ, ਤੇ ਜਿਹੜੀਆਂ ਐਤਕੀ ਵੋਟਾਂ ਪੈ ਗਈਆਂ ਤੇ ਫਿਰ ਗਾਂ ਆਸ ਨਾ ਰੱਖਿਓ ਲੋਕਾਂ ਤੋਂ ਵੀ ਤੁਹਾਡੀ ਪਾਰਟੀ ਨੂੰ ਵੋਟ ਪੈ ਜੂਗੀ ਕੋਈ ਵੀ, ਤੇ ਮਤਲਬ ਤੁਹਾਡੀ ਪਾਰਟੀ ਦਾ ਕੋਈ ਆਧਾਰ ਰਹਿ ਜਾਵੇਗਾ। ਤੁਸੀਂ ਚਲੋ ਠੀਕ ਹੈ, ਮਤਲਬ ਜੋ ਜਿਹਨਾਂ ਮੁੱਦਿਆਂ ਨੂੰ ਲੈ ਕੇ ਤੁਸੀਂ ਚੱਲੇ ਹੋ ਠੀਕ ਹੈ, ਉਹਨਾਂ 'ਚ ਦਮ ਹੈ ਜਾਂ ਨਹੀਂ ਦਮ ਉਹ ਸਮਾਂ ਦੱਸੇਗਾ, ਪਰ ਤੁਸੀਂ ਪਹਿਲੋਂ ਜਾ ਚੁੱਕੇ ਹੋ ਕਿਰਪਾਨ ਤੋਂ ਬਗੈਰ, ਤੇ ਹੁਣ ਤੁਹਾਨੂੰ ਕੀ ਪ੍ਰੋਬਲਮ ਹੈ? ਸਵਾਲ ਤਾਂ ਇਹ ਆ ਕਿ ਹੁਣ ਤੁਹਾਨੂੰ ਯੂਜ਼ ਕੀਤਾ ਜਾ ਰਿਹਾ, ਜਾਂ ਹੁਣ ਤੁਹਾਨੂੰ ਵਰਤਿਆ ਜਾ ਰਿਹਾ, ਜਾਂ ਹੁਣ ਜੇ ਤੁਸੀਂ ਸ਼ਹੀਦੀ ਆਜਮ ਸਰਦਾਰ ਭਗਤ ਸਿੰਘ ਉਹਨਾਂ ਨੂੰ ਅੱਤਵਾਦੀ ਕਹਿੰਦੇ ਹੋ, ਸਵਾਲ ਤਾਂ ਫਿਰ ਇਹ ਹੈ ਕਿ ਤੁਹਾਡੇ ਤੇ ਸਵਾਲ ਉੱਠਣ ਵਾਲੇ ਕਹਿਣਗੇ ਫਿਰ ਤੁਸੀਂ ਕਹੋਗੇ ਗਦਾਰ ਆ, ਇਹ ਕੌਮ ਦੇ ਗਦਾਰ ਆ, ਤੁਹਾਡੇ ਚਾਹੁਣ ਵਾਲੇ ਕਹਿਣਗੇ ਜੀ ਵਿਕੀ ਹੋਏ ਆ ਪੱਤਰਕਾਰ ਜਿਹੜੇ ਸਵਾਲ ਕਰਦੇ ਨੇ। VP ਸਿੰਘ ਜਦੋਂ ਪ੍ਰਧਾਨ ਮੰਤਰੀ ਬਣੇ ਨੇ ਜੀ, ਉਹ ਚਾਹੁੰਦੇ ਸੀ ਵੀ ਪੰਜਾਬ ਦਾ ਮਸਲਾ ਕਿਸੇ ਨਾ ਕਿਸੇ ਤਰੀਕੇ ਨਾਲ ਹੱਲ ਕੀਤਾ ਜਾਵੇ। ਉਹਨਾਂ ਮਾਨ ਸਾਹਿਬ ਨੂੰ ਸਿਹਰਾ ਬਖਸ਼ਾ ਵੀ ਤੁਹਾਨੂੰ ਅਸੀਂ ਦੇ ਦਿੰਦੇ ਹਾਂ ਪੰਜਾਬ, ਤੁਸੀਂ ਮੁੱਖ ਮੰਤਰੀ ਬਣ ਜਾਓ ਤੇ ਆਪਣੀ ਸਰਕਾਰ ਬਣਾਓ ਤੇ ਆਹ ਜਿਹੜੀ ਮਾਰਾਮਾਰੀ ਇਹ ਬੰਦ ਕਰਾ। ਉਹ ਇਹਨਾਂ ਨੂੰ ਮਿਲਣ ਵਾਸਤੇ ਪੰਜਾਬੀ ਆਏ, ਇਹ ਫਿਰ ਨਹੀਂ ਮਿਲੇ ਇਹਨਾਂ ਨੂੰ। ਜਦੋਂ ਕਿਤੇ ਅਚਾਨਕ ਫਿਰ ਇੱਕ ਵਾਰੀ ਉਹਨਾਂ ਮਿਲਣ ਦੀ ਕੋਸ਼ਿਸ਼ ਕੀਤੀ ਤੇ ਇਹ ਜਾ ਕੇ PGI ਦਾਖਲ ਹੋ ਗਏ ਜੀ ਮੈਂ ਤੇ ਬਿਮਾਰ ਹਾਂ। ਲੇਕਿਨ ਉਹ ਵੀ ਮਾਂ ਢੀਠ ਨਿਕਲੇ, ਉਹ ਚੰਡੀਗੜ੍ਹ ਇੱਕ ਸਮਾਗਮ ਚ ਆਏ ਸੀ ਤੇ ਉਹ ਉੱਥੋਂ ਡਾਕਟਰ ਦੀ ਜਾਨ ਲੈ ਕੇ ਜਾ ਕੇ ਉਸੇ ਹਾਲਤ ਜਾ ਕੇ ਮਿਲੇ ਕਿ ਦੱਸੋ ਜੀ ਕੀ ਗੱਲ ਆ। ਹੁਣ ਇੱਕ ਇਹਨਾਂ ਦੇ ਪੁਰਾਣੇ ਸਾਥੀ ਨੇ ਲਫ਼ਜ਼ ਯੂਜ਼ ਕੀਤਾ ਸੀ, ਉਹ ਮੈਂ ਲਫ਼ਜ਼ ਨੇ ਇੰਟਰਵਿਊ 'ਚ ਆਪਣੀ ਯੂਜ਼ ਕੀਤਾ ਸੀ। ਉਹਨੇ ਲਫ਼ਜ਼ ਕਿਹਾ ਸੀਗਾ ਕਿ ਮਾਨ ਸਾਹਿਬ ਜਦੋਂ ਆਜ਼ਾਦੀ ਦੀ ਗੱਲ ਚੱਲੀ, ਜਦੋਂ ਤੁਹਾਨੂੰ ਸਿੱਖ ਰਾਜ ਦੇਣ ਦੀ ਗੱਲ ਕੀਤੀ ਤੇ ਤੁਹਾਨੂੰ ਉਦੋਂ ਹੱਗਣ ਆ ਗਿਆ, ਇਹ ਲਫ਼ਜ਼ ਵਰਤਿਆ ਸੀ। ਉਦੋਂ ਤੁਸੀਂ ਜਾ ਕੇ ਹਸਪਤਾਲ ਦਾਖਲ ਹੋ ਗਏ ਸੀ, ਕਾਫੀ ਰੌਲਾ ਪਾ ਪਿਆ ਸੀ ਉਹਦੇ ਉੱਤੇ। ਚਲੋ ਅਸੀਂ ਇਹੋ ਜਿਹੇ ਲਫ਼ਜ਼ ਯੂਜ਼ ਨਹੀਂ ਕਰਦੇ ਸੀ ਕਿ ਮਾਨ ਸਾਹਿਬ ਨੂੰ ਬੇਨਤੀ ਕਰਦੇ ਹਾਂ, ਤੁਹਾਨੂੰ ਜਦੋਂ ਮੈਂਡੇਟ ਦਿੱਤਾ ਗਿਆ ਤੁਸੀਂ MP ਬਣੇ ਹੋ, ਕੀ ਤੁਸੀਂ ਕਿਰਪਾਨ ਫੜ ਕੇ ਆਪਣੇ ਕਾਗਜ਼ ਦਾਖਲ ਕਰਨ ਗਏ ਸੀ ਉੱਥੇ? ਸਵਾਲ ਤੁਹਾਡੇ ਹੱਥ 'ਚੋਂ ਕਿਰਪਾਨ ਤੇ ਫੁੱਟੀ ਹੈਗੀ ਸੀ, ਕੀ ਤੁਹਾਨੂੰ ਆਜ਼ਾਦ ਦਿੱਤੀ ਸੀ ਉੱਥੇ ਅਧਿਕਾਰੀਆਂ ਨੂੰ? ਜੇ ਉਦੋਂ ਤੁਸੀਂ ਕਿਰਪਾਨ ਨਹੀਂ ਲੈ ਕੇ ਗਏ ਤੇ ਹੁਣ ਕਿਰਪਾਨ ਦੀ ਤੁਸੀਂ ਛੱਡੋ, ਠੀਕ ਆ, ਕਿਰਪਾਨ ਸਾਡਾ ਇੱਕ ਅੰਗ ਆ, ਗੁਰੂ ਸਾਹਿਬ ਨੂੰ ਕਿਰਪਾਨ ਦਿੱਤੀ ਆ, ਲੇਕਿਨ ਇਹ ਨਹੀਂ ਗੱਲ ਕਿ ਅਸੀਂ ਹਰ ਵੇਲੇ ਕਿਰਪਾਨ ਨੂੰ ਨਾਲ ਚੁੱਕ ਕੇ ਤੇ ਆਪਣੇ ਜਿਹੜੇ ਵਿਚਾਰਾਂ ਦੀ ਆਜ਼ਾਦੀ, ਜਿਹੜੇ ਵਿਚਾਰ ਕਰਨੇ, ਚਰਚਾ ਕਰਨੀ ਹੈ, ਗੋਸ਼ਟੀ ਕਰਨੀ, ਸੰਵਾਦ ਵਿੱਚ ਆਉਣਾ ਵਾ, ਕੌਮ ਦੀ ਖਾਤਰ ਕਰਨਾ ਵਾ, ਦੇਸ਼ ਦੀ ਖਾਤਰ ਕਰਨਾ, ਪੰਜਾਬ ਦੀ ਖਾਤਰ, ਉੱਥੋਂ ਅਸੀਂ ਭੱਜੀ। ਪਾਟੀ ਸਾਹਿਬ ਆ ਮੇਰੇ ਹੱਥਾਂ ਕੋਲ ਹੀ ਪਈ ਹੁੰਦੀ ਹੈ ਕਿਤਾਬ, ਹਾਂਜੀ ਜ਼ਰੂਰੀ ਨਾ ਇੱਥੇ ਖਾਨਾ ਸਾਈਡ ਤੇ, ਮਤਲਬ ਇੱਕ ਸਿਸਟਮੈਟਿਕਲੀ ਕੰਪਿਊਟਰ ਵਾ, ਉਹਦੇ ਪਿੱਛੇ ਟੈਲੀਵਿਜ਼ਨ ਤੇ ਦਿਖਾਇਆ ਕੁਝ ਹੋਰ ਜਾ ਰਿਹਾ, ਮੇਰੇ ਆਲੇ ਦੁਆਲੇ ਕੁਝ ਹੋਰ ਪਿਆ ਹਨਾ। ਇਹ ਸਾਰੀ ਪੜ੍ਹੀ ਆ ਮੈਂ, ਹਾਂਜੀ ਸਾਰੀ ਪੜ੍ਹੀ ਹੈ। ਇਹਦਾ ਨਾਂ ਹੈਗਾ ਸਿੱਖ ਪੰਥ ਤੇ ਕਿਰਪਾਨ। ਪਲੀਜ਼ ਕੋਈ ਮੰਗੇ ਨਾ, ਕਿਉਂਕਿ ਇੱਕੋ ਕਾਪੀ ਹੈ ਮੇਰੇ ਕੋਲ ਬਚੀ। ਤੇ ਹੁੰਦਾ ਕੀ ਹੈ ਕਿ ਬੁੱਕਸ, ਹਾਂਜੀ ਸੁਖਦੇਵ ਸਿੰਘ ਕਲੇਰ ਹੋਣਾ ਦੀ, ਤੇ ਮੰਗੇ ਕੋਈ ਨਾ ਫੋਟੋ ਖਿੱਚ ਕੇ, ਮੇਰੇ ਕੋਲ ਟਾਈਮ ਨਹੀਂ ਹੋਣਾ ਭੇਜਣ ਲਈ, ਕਿਉਂਕਿ ਬਹੁਤ ਸਾਰੇ ਮੁੜ ਕੇ ਕਹਿ ਦਿੰਦੇ ਆ ਜੀ ਆਹ ਪੰਨੇ ਦੀ ਫੋਟੋ ਖਿੱਚ ਕੇ ਭੇਜੋ। ਹਾਂਜੀ ਭਾਜੀ, ਇਹ ਵੇਖਣ ਨੂੰ ਢੋਲ ਸੌਖੇ ਲੱਗਦੇ ਨੇ, ਵਜਾਉਣੇ ਬੜੇ ਔਖੇ ਨੇ। ਇਕੱਲੇ ਬਿਜ਼ਨਸਮੈਨ ਕੋਲ ਜਾ ਕੇ ਪੈਸੇ ਇਕੱਠੇ ਕਰਕੇ ਰੁੱਗ ਭਰ ਕੇ ਸਟੇਸ਼ਨ ਨੂੰ ਦੇਣਾ ਤੇ ਕੰਟੀਨਿਊ ਕਰਨਾ ਬੜਾ ਔਖਾ। ਇਹਦੇ ਵਿੱਚ 1945 ਤੋਂ ਬਾਅਦ 2-4 ਕਮੇਟੀਆਂ ਬਣਦੀਆਂ ਨੇ, ਹਾਂਜੀ, ਤੇ ਜਦੋਂ ਕਮੇਟੀਆਂ ਬਣਦੀਆਂ ਨੇ ਤੇ ਉਹਦੇ ਵਿੱਚ ਲਿਖਿਆ ਗਿਆ ਕਿ ਭਾਰਤ ਵਿੱਚ ਸਿੱਖ ਕਿਰਪਾਨ ਰੱਖ ਸਕਦਾ, ਬਣਾ ਸਕਦਾ, ਵੇਚ ਸਕਦਾ ਤੇ ਪਹਿਨ ਸਕਦਾ, ਹਨਾ। ਪਰ ਹੁਣ ਗੱਲ ਆ ਜਾਂਦੀ ਹੈ ਰੱਖ ਸਕਦਾ, ਪਹਿਨ ਸਕਦਾ, ਲੈ ਕੇ ਜਾ ਸਕਦਾ, ਹੁਣ ਪਾਰਲੀਮੈਂਟ 'ਚ ਲੈ ਕੇ ਜਾ ਸਕਦਾ ਕਿ ਨਹੀਂ ਜਾ ਸਕਦਾ ਹਥਿਆਰ ਕੋਈ, ਇਹ ਇੱਕ ਡਿਫਰੈਂਟ ਵਿਸ਼ਾ, ਠੀਕ ਹੈ ਨਾ। ਸਾਡੇ ਵਾਸਤੇ ਤੇ ਕਿਰਪਾਨ ਆ, ਉਹਨਾਂ ਵਾਸਤੇ ਹਥਿਆਰ ਆ, ਉਹਨਾਂ ਵਾਸਤੇ ਇਹ, ਉਹ ਭਾਵੇਂ ਪੰਜਾਬ ਦਾ ਮੁੱਖ ਮੰਤਰੀ ਹੋਵੇ, ਕੋਈ ਵੀ ਕਾਂਗਰਸ ਦਾ, ਅਕਾਲੀਆਂ ਦਾ ਜਾਂ ਭਾਜਪਾਈਆਂ ਦਾ ਬਣ ਜੇ, ਜਾਂ ਭਗਵੰਤ ਮਾਨ ਹੈ, ਜਦੋਂ ਕੋਈ ਬਾਹਰੋਂ ਆਉਂਦਾ ਤੇ ਕਈ ਵਾਰੀ ਵੇਖਿਆ ਕਿ ਤੁਸੀਂ ਉਹਨਾਂ ਨੂੰ ਸ੍ਰੀ ਸਾਹਿਬ ਭੇਟ ਕਰਦੇ ਹਨ ਨਾ, ਕਰਦੇ
ਉਹ ਵੀ ਜੋਸ਼ ਨਾਲ ਲਹਿਰਾਉਂਦੇ, ਈਵਨ ਤੋਂ ਕੇਜਰੀਵਾਲ ਵੀ ਲਹਿਰਾਉਂਦਾ। ਫਿਰ ਇਸ ਕਿਰਪਾਨ ਤੋਂ ਡਰ ਵੀ ਲੱਗਣ ਲੱਗ ਪੈਂਦਾ। ਪਰ ਪਾਰਲੀਮੈਂਟ ਦੀ ਗੱਲ ਆਪਾਂ ਕਰ ਲਿਆ ਕਿ ਉਹਦੇ ਸੰਵਿਧਾਨ ਦੇ ਵਿੱਚ ਕੀ ਲਿਖਿਆ ਕਿ ਉੱਥੇ ਲੈ ਕੇ ਜਾ ਸਕਦੇ ਆ ਜਾਂ ਨਹੀਂ ਜਾ ਸਕਦੇ। ਇਹ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਜਾਂ ਉਹਨਾਂ ਦੇ ਸਾਥੀਆਂ ਨੂੰ ਕਲੀਅਰ ਕਰਨਾ ਪਊਗਾ। ਇਸ ਐਂਗਲ ਤੋਂ ਕਿਸੇ ਨੇ ਸਵਾਲ ਨਹੀਂ ਪੁੱਛਿਆ ਹੋਊਗਾ। ਉਹਨਾਂ ਦਾ ਤਰਕ ਹੋਰ ਹੈ ਜੀ। ਉਹ ਤਰਕ ਇਹ ਦਿੰਦੇ ਆ ਵੀ ਜਿਹੜਾ ਪੰਡਤ ਆ ਨਾ, ਉਹਦੇ ਸਿਰ ਤੇ ਬੋਦੀ ਆ, ਉਹਦਾ ਧਾਰਮਿਕ ਚਿੰਨ੍ਹ ਜੀ, ਉਹ ਜਾ ਸਕਦਾ। ਤੁਸੀਂ ਕਿਰਪਾਨ ਸਿੰਘ ਦੇ ਵੀ ਸਾਲਾ ਧਾਰਮਿਕ ਨਹੀਂ ਤੇ ਤੁਹਾਨੂੰ ਦਸਤਾਰ ਲਾ ਕੇ ਜਾਣ ਲਈ ਕਹਿੰਦੇ ਹੋ ਨਾ, ਬਿਲਕੁਲ ਨਹੀਂ ਕਹਿੰਦੇ। ਫਿਰ ਕਾਰ ਲਾ ਕੇ ਨਹੀਂ ਜਾਂਦੇ, ਫਿਰ ਕਿਰਪਾਨ ਲਾ ਕੇ ਤੁਹਾਨੂੰ ਛੋਟਾ ਸ੍ਰੀ ਸਾਹਿਬ, ਤੁਹਾਡਾ ਛੋਟਾ ਸ੍ਰੀ ਸਾਹਿਬ ਜਿਹੜਾ ਗਾਤਰਾ ਸ੍ਰੀ ਸਾਹਿਬ ਆ, ਉਹ ਤਾਂ ਲਾ ਕੇ ਜਾਣ ਨਹੀਂ ਕਹਿੰਦੇ। ਫਿਰ ਇੱਕ ਪਾਸੇ ਤੁਸੀਂ ਕਹਿੰਦੇ ਹੋ ਜਾ ਕੇ ਮੈਂ ਮੁੱਦੇ ਖਾਊਂਗਾ। ਹਾਂ, ਹੁਣ ਤੇ ਤੁਸੀਂ ਫਿਰ ਦਾ ਮਤਲਬ ਸੰਗਰੂਰ ਨਿਵਾਸੀ ਜੇ ਤੁਸੀਂ ਇਸ ਅੜ ਤੇ ਅੜਦੇ ਹੋ, ਫਿਰ ਇੱਕ ਤਾਂ ਤੁਹਾਨੂੰ ਅਕਾਲ ਤਖਤ ਸਾਹਿਬ ਦਾ ਉਹ ਯਾਦ ਕਰਵਾ ਦਈਏ ਕਿ ਭਾਈ ਰਣਜੀਤ ਸਿੰਘ ਉਹਨਾਂ ਦੇ ਅੱਗੇ ਪੇਸ਼ ਹੋ ਕੇ ਤੇ ਤੁਸੀਂ ਉੱਥੋਂ ਥਾਪੜਾ ਲੈ ਕੇ ਤੇ ਸਹੁੰ ਚੁੱਕੀ ਹੈ, ਤੇ ਸੰਵਿਧਾਨ ਦਾ ਮਤਲਬ ਉੱਥੇ ਤੁਸੀਂ ਜਾ ਕੇ ਤਾਂ ਆਪਣੇ ਬਿਆਨ ਮਤਲਬ ਦਰਜ ਕਰਵਾਏ ਤੇ ਬੋਲੇ ਵੀ। ਖੈਰ, ਹੁਣ ਜੇ ਤੁਸੀਂ ਫੇਰ ਉਸ ਆਉਂਦੇ ਉਹਦਾ ਮਤਲਬ ਇੱਦਾਂ ਸੰਗਰੂਰ ਵਾਲੇ ਜਿਹੜੇ ਠੱਗੇ ਗਏ ਤੇ ਤੁਹਾਡੇ ਵਿਰੋਧੀ ਜਾਂ ਉਹ ਲੋਕ ਅੱਜ ਕ੍ਰਿਟੀਸਾਈਜ਼ ਕਰਨਗੇ, ਵੇਖਿਆ ਅਸੀਂ ਤੇ ਤੁਹਾਨੂੰ ਪਹਿਲਾਂ ਹੀ ਕਹਿੰਦੇ ਸੀ। ਚਲੋ, ਭਗਵੰਤ ਮਾਨ ਸਾਹਿਬ ਕਹਿੰਦੇ ਸੀ ਸੀਐਮ ਪੰਜਾਬ ਦੇ ਕਿ ਮੈਂ ਸੀਐਮ ਬਣ ਗਿਆ ਤੇ ਕੋਈ ਮੁਜ਼ਾਹਰੇ ਨਹੀਂ ਹੋਣਗੇ, ਕੋਈ ਵਿਛਾੜਾ ਨਹੀਂ ਹੋਣਗੀਆਂ, ਕੋਈ ਕੁੱਟ ਕਟਾਪਾ ਨਹੀਂ ਹੋਊਗਾ, ਕੋਈ ਟੈਂਕੀ ਤੇ ਨਹੀਂ ਚੜੂਗਾ। ਅਸੀਂ ਦਿਖਾ ਨਹੀਂ ਸਕਦੇ ਇਸ ਵਕਤ, ਮਤਲਬ ਫਾਸਟ ਚੱਲਦਾ ਪਿਆ ਪ੍ਰੋਗਰਾਮ, ਪਰ ਹੈ ਔਨ ਦੀ ਰੈਕਡ। ਹੁਣ ਲੜਕੀਆਂ ਨੇ ਸ਼ੁਰੂ ਕੀਤਾ ਹੈ ਭਗਵੰਤ ਮਾਨ ਦੇ ਘਰ ਦੇ ਅੱਗੇ ਪੁਲਿਸ ਭਰਤੀ ਨੂੰ ਲੈ ਕੇ ਮਰਨ ਵਰਤ। ਕੀ ਕਹਿਣਾ ਚਾਹੋਗੇ? ਦੇਖੋ, ਇਹ ਲੜਕੀਆਂ ਵਿਚਾਰੀਆਂ ਅੱਜ ਦੀਆਂ ਨਹੀਂ ਬੈਠੀਆਂ। ਇਹਨਾਂ ਦੀ ਭਰਤੀ 2016 ਚ ਭਰਤੀ ਹੋਈ, ਉਹਦੀ ਵੇਟਿੰਗ ਵਾਲੀਆਂ ਨੇ, ਤੇ 2017 ਦੀ ਭਰਤੀ ਵਾਲੀਆਂ ਵੈਰੀਫਿਕੇਸ਼ਨ ਵਾਲੀਆਂ। ਸਾਡੀ ਭਰਤੀ ਸਿਰਫ ਪੂਰੇ ਇੰਡੀਆ ਦੇ ਵਿੱਚ ਅੱਜ ਦੀ ਡੇਟ ਵਿੱਚ 10 ਕੇ 12% ਲੜਕੀਆਂ ਦੀ ਭਰਤੀ, ਮਹਿਲਾ ਪੁਲਿਸ ਦੀ ਭਰਤੀ। ਅੱਜ ਪੰਜਾਬ ਦੇ ਵਿੱਚ ਤਕਰੀਬਨ ਹਰ ਸਾਲ 800 ਤੋਂ ਲੈ ਕੇ 1000 ਪੋਸਟਾਂ ਖਾਲੀ ਹੁੰਦੀਆਂ ਨੇ। ਇਹਨਾਂ ਕੋਲੇ ਬੜਾ ਵੱਡਾ ਤਰਕ ਹੈ, ਜੇ ਹਰ ਸਾਲ 1000 ਬੰਦੇ ਦੀ ਭਰਤੀ ਕਰ ਲੈਣੀ, ਅਸੀਂ ਭਰਤੀ ਕਰ ਰਹੇ ਹਾਂ ਜੀ। ਸਰਕਾਰ ਕੋਲੇ ਬੜਾ ਵੱਡਾ ਮੁੱਦਾ ਹੈ, ਇਹ ਭਰਤੀ ਕਰਦੇ ਹੀ ਨਹੀਂ। ਹੁਣ ਜੇ 2016 ਦੇ ਵਿੱਚ ਉਹਨਾਂ ਵਿਚਾਰੀਆਂ ਨੇ ਆਪਣੇ ਟੈਸਟ ਪਾਸ ਕਰ ਲਿਆ, ਸਭ ਕੁਝ ਕਰ ਲਿਆ, ਵੇਟਿੰਗ ਚ ਆ ਰਹੀਆਂ, ਤੁਸੀਂ ਕਿਉਂ ਨਹੀਂ ਭਰਤੀ ਕਰਦੇ? ਕਿਉਂ ਨਹੀਂ ਉਹਨਾਂ ਦੀ ਰਜਿਸਟਰ ਕਰਦੇ? ਤੁਸੀਂ ਕੀ ਲੋੜ ਨਹੀਂ? ਦੂਜੇ ਪਾਸੇ ਤੁਸੀਂ ਕਹਿੰਦੇ ਸਾਡੇ ਕੋਲ ਨੌਕਰੀ ਘੱਟ, ਅਸੀਂ ਪ੍ਰੋਪਰਲੀ ਕੰਮ ਨਹੀਂ ਕਰ ਸਕਦੇ। 2017 ਵਾਲੀ ਨੇ ਵੈਰੀਫਿਕੇਸ਼ਨ ਵਾਲੀਆਂ ਨੇ, ਇਹਨਾਂ ਨੇ ਹੁਣ ਬੀਬੀਆਂ ਨੇ ਪਹਿਲਾਂ ਤੇ ਇਹਨਾਂ ਜੂਨ ਤੱਕ ਕਹਿਤਾ, ਸਾਨੂੰ ਜੂਨ ਤੱਕ ਸਮਾਂ ਦੇ ਦਿਓ ਤੇ ਤੁਸੀਂ ਜਿਹੜਾ ਵਾ ਉਹ ਭੁੱਖ ਹੜਤਾਲ ਨਾ ਕਰੋ। ਇਸ ਟਾਈਪ ਤੇ ਬੈਠੇ ਸੀ, ਹੁਣ ਇਹਨਾਂ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ ਕੱਲ। ਤੇ ਸਾਡੇ ਇਹਨਾਂ ਜੂਨ ਦਾ ਲਿਆ ਸੀ ਤੇ ਜੂਨ ਬੀਤੇ ਨੂੰ ਅੱਧਾ ਮਹੀਨਾ ਲੰਘ ਗਿਆ ਉਸ ਤੋਂ ਬਾਅਦ, ਤੇ ਸਾਡੀ ਕਿਸੇ ਆਵਾਜ਼ ਨਹੀਂ ਪੁੱਛੀ। ਹੋਣਾ ਜੀ ਮਰਨ ਮਤ ਉਦੋਂ ਛੱਡਾਂਗੇ ਆਪਣੇ, ਜਦੋਂ ਭਗਵੰਤ ਮਾਨ ਆਪ ਆ ਕੇ ਸਾਡੇ ਨਾਲ ਗੱਲ ਕਰੂਗਾ ਵੀ ਭਾਈ ਦੱਸੋ ਮੈਨੂੰ ਸਮਾਂ ਦੇ ਦਿਓ ਥੋੜਾ ਬੜਾ, ਕੋਈ ਗੱਲ ਨਹੀਂ, ਤੁਹਾਡਾ ਕੰਮ ਕਰ ਦਿੰਦੇ ਜੀ। ਲੇਕਿਨ ਹੋ ਕਿਉਂ ਰਿਹਾ? ਭਗਵੰਤ ਮਾਨ ਜੀ ਦੂਜਿਆਂ ਤੇ ਟਿਚਰਾਂ ਕਰਨ ਵਾਲੇ, ਤੁਸੀਂ ਕਮੇਡੀਅਨ ਕਰਨ ਵਾਲੇ, ਅੱਜ ਤੁਸੀਂ ਕਿਉਂ ਲੋਕਾਂ ਤੋਂ ਦੂਰ ਹੋ ਗਏ? ਕਿੱਥੇ ਤੁਸੀਂ ਕਹਿੰਦੇ ਸੀ ਵੀ ਜ਼ਮੀਨਾਂ ਦੀ ਛਾਂ ਹੇਠ ਰਹਿ ਕੇ ਕੰਮ ਨਹੀਂ ਕੀਤਾ ਜਾ ਸਕਦਾ, ਅੱਜ ਤੁਹਾਡੇ ਦੁਆਲੇ ਦੁਆਲੇ 4-4 5-5 ਪਰਤਾਂ ਜ਼ਮੀਨਾਂ ਦੀ, ਤੁਸੀਂ ਆਪਣੇ ਅੰਦਰ ਵੜ ਕੇ ਬੈਠੇ ਹੋ, ਕਿਸੇ ਬਾਹਰ ਲੋਕਾਂ ਨੂੰ ਮਿਲਦੇ ਨਹੀਂ। ਉਹ ਘੱਟੋ ਘੱਟ ਚਲੋ ਪਿਛਲੇ ਤੋਂ ਸਭ ਸਿੱਖ ਲਓ। ਮੈਂ ਕੈਪਟਨ ਸਾਹਿਬ ਦੀ ਗੱਲ ਕਰਦਾ, ਸਰਦਾਰ ਬਾਦਲ ਤੋਂ ਸਿੱਖ ਲਓ ਤੁਸੀਂ। ਉਹ ਭਾਵੇਂ ਜਿੱਤਿਆ ਹੋਵੇ ਤੇ ਭਾਵੇਂ ਹਾਰਿਆ ਹੋਵੇ, ਉਹ ਤੁਰੇ ਰਹਿੰਦੇ ਡੋਰ ਟੂ ਡੋਰ। ਤੁਸੀਂ ਜਦੋਂ ਸੰਗਤ ਸ਼ੁਰੂ ਕੀਤੇ ਸੀ, ਉਹਨਾਂ ਨੇ ਆਮ ਆਦਮੀ ਮਿਲ ਲੈਂਦਾ ਸੀ, ਜਿਹਦੀ ਪਹੁੰਚ ਨਹੀਂ ਸੀ ਹੈਗੀ ਤਾਂ ਮੈਂ ਜਾ ਕੇ ਚੰਡੀਗੜ੍ਹ ਪਹੁੰਚ ਕਰ ਸਕਾਂ, ਉਹ ਵੀ ਰਸਤੇ ਮਿਲ ਲੈਂਦਾ ਸੀ ਉਹਨਾਂ ਨੂੰ। ਬਲਸਾ ਮੇਰੀ ਸ਼ਿਕਾਇਤ ਹੈਗੀ, ਉੱਥੇ ਕਾਰਵਾਈ ਹੁੰਦੀ, ਭਾਵੇਂ ਥੋੜੀ ਹੁੰਦੀ ਸੀ ਭਾਵੇਂ ਬਹੁਤੀ ਹੁੰਦੀ ਸੀ, ਤਸੱਲੀ ਹੁੰਦੀ ਸੀ ਵੀ ਮੇਰੀ ਮੁੱਖ ਮੰਤਰੀ ਦੀ ਗੱਲ ਸੁਣੀ। ਤਾਂ ਤੁਸੀਂ ਤਾਂ ਨੌਜਵਾਨ ਹੋ, ਤੁਸੀਂ ਕੋਈ ਨਹੀਂ ਬਾਹਰ ਨਿਕਲਦੇ। ਚਲੋ ਕੈਪਟਨ ਅਮਰਿੰਦਰ ਸਿੰਘ ਨੇ ਕਹਿਤਾ ਜੀ ਪੰਜਾਬ ਭਵਨ ਦੇ ਵਿੱਚ ਮੈਂ 3 ਦਿਨ ਜਿਹੜੇ ਸੀ ਮਿਲਿਆ ਕਰੂੰਗਾ ਪੰਜਾਬ ਦੇ ਲੋਕਾਂ ਨੂੰ, ਆਓ ਆਪਣੀ ਦਰਖਾਸਤ ਦਿਓ। ਉੱਤੇ ਕਾਰਵਾਈ ਹੁੰਦੀ ਸੀਗੀ। ਤੁਸੀਂ ਕੋਈ ਤਾਂ ਉਹਨਾਂ ਦਾ ਕੋਈ ਰਸਤਾ ਅਡਾਪਟ ਕਰ ਲਓ ਜਾਂ ਕੋਈ ਆਪਣਾ ਨਵਾਂ ਸ਼ੁਰੂ ਕਰ ਲਓ, ਕੋਈ ਗੱਲ ਨਹੀਂ।
ਇਦਾਂ ਬੈਠਿਆ ਗੁਜ਼ਾਰਾ ਨਹੀਂ ਹੋਣਾ। ਇਸ ਕਰਕੇ ਉਹ ਬੀਬੀਆਂ ਜਿਹੜੀਆਂ ਉਹਨਾਂ ਦੀ ਗੱਲ ਸੁਣੋ। ਪੰਜਾਬ ਪੁਲਿਸ ਦੇ ਕੋਲ ਸਾਡੇ ਕੋਲ ਬਹੁਤ ਸਾਰੀਆਂ ਸੀਟਾਂ ਖਾਲੀ ਨੇ। ਤੂੰ ਆਹ ਵੀ ਕਹਿੰਦਾ ਵੀ 800 ਤੋਂ ਲੈ ਕੇ 1000 ਬੰਦਾ ਹਰ ਸਾਲ ਰਿਟਾਇਰ ਹੁੰਦਾ। ਜੇ 2016 ਤੋਂ ਬਾਅਦ ਤੁਸੀਂ ਭਰਤੀ ਨਹੀਂ ਕੀਤੀ ਤੇ ਘੱਟੋ ਘੱਟ 6-7000 ਬੰਦਾ ਤੁਸੀਂ ਭਰਤੀ ਬਿਲਕੁਲ ਸਪੌਟ ਤੇ ਕਰ ਸਕਦੇ ਹੋ। ਕਿਉਂ ਦੇਰੀ ਕਰ ਰਹੇ ਹੋ? ਕਾਰਨ ਕੀ ਹੁੰਦਾ? ਲੈ ਜਾਓ ਹੋਰ 5000 ਕਰੋੜ ਕੱਢਿਆ ਜਿਵੇਂ ਕੋਲ ਲੱਗਾ ਉੱਥੇ 5000 ਤੋਂ ਹੋਰ ਕਰੋੜ ਲੈ ਜਾਓ ਉੱਥੇ ਕੇਂਦਰ ਕੋਲ ਕੋਈ ਗੱਲ ਜੇ ਅੱਗੇ 10,000 ਕਰੋੜ ਲੈ ਜਾਏ 5,000 ਹੋਰ ਲੈ ਜਾਓ। ਇਸ ਕਰਕੇ ਉਹਨਾਂ ਦਾ ਜਿਹੜੀ ਇੱਕ ਤਾਂ ਤੁਹਾਡੀ ਤੁਸੀਂ ਕਹਿੰਦੇ ਵੀ ਸਾਡੇ ਕੋਲ ਨਫਰੀ ਕੱਟ ਪੂਰੀ ਹੋ ਜੂ, ਇੱਕ ਉਹਨਾਂ ਨੂੰ ਰੁਜ਼ਗਾਰ ਮਿਲ ਜੂ, ਇੱਕ ਤੁਹਾਡੇ ਮੂਹਰੇ ਅੱਗੇ ਧਰਨਾ ਦਿੱਤਾ ਉਹ ਉੱਠ ਜੂ। ਤੁਸੀਂ ਆਪ ਇੰਨੀ ਗੱਲ ਕਹੀ ਸੀ ਜਿਹੜੀ ਉਹ ਸਿਲਪੀ ਸ਼ਰਮਾ ਸੀ ਜਿਹਦੇ ਕੋਲ ਜਾ ਕੇ ਬਕਾਇਦਾ ਤੌਰ ਤੇ ਕੇਜਰੀ ਸਾਹਿਬ ਦੇ ਉੱਤੇ ਜਾ ਕੇ ਟੈਂਕੀ ਤੇ ਚੜ੍ਹ ਕੇ ਉਹਨੂੰ ਕਿਹਾ ਸੀ ਬੀਬੀ ਜੀ ਤੂੰ ਮੇਰੀ ਛੋਟੀ ਭੈਣ ਹੈ ਤੇ ਅੱਜ ਤੋਂ ਬਾਅਦ ਸਾਡੀ ਸਰਕਾਰ ਬਣੀ ਤੇ ਤੁਹਾਨੂੰ ਬਿਲਕੁਲ ਕਿਸੇ ਟੈਂਕੀ ਤੇ ਚੜ੍ਹਨਾ ਪਊਗਾ। ਜਦੋਂ ਦੀ ਸਰਕਾਰ ਬਣੀ ਉਹ ਟੈਂਕੀ ਤੇ ਫਿਰ ਬੈਠੀ ਹੋ ਕਿਸੇ ਬਾਤ ਨਹੀਂ ਆ ਕੇ ਪੁੱਛੀ ਦੱਸੋ। ਇਸ ਕਰਕੇ ਮਾਨ ਸਾਹਿਬ ਤੁਸੀਂ ਜਵਾਨ ਨੂੰ ਨੌਜਵਾਨ ਨੂੰ ਤੁਹਾਡੇ ਤੇ ਲੋਕ ਅਜੇ ਵਿਸ਼ਵਾਸ ਕਰਦੇ ਨੇ ਜੋ ਕਿ ਤੁਸੀਂ ਕਰ ਰਹੇ ਹੋ ਨਾ ਵਿਸ਼ਵਾਸ ਕਰਦੇ ਨੇ। ਲੋਕਾਂ ਦਾ ਵਿਸ਼ਵਾਸ ਜਿਹੜਾ ਵਾ ਵਿਸ਼ਵਾਸ ਕਰਨਾ ਚਾਹੀਦਾ। ਚਲੋ ਕਾਂਠ ਦੀ ਹਾਂਡੀ ਕਹਿੰਦੇ ਇੱਕ ਵਾਰੀ ਚੜ੍ਹਦੀ ਹੁੰਦੀ ਹੈ ਬਾਰ-ਬਾਰ ਨਹੀਂ। ਬਿਲਕੁਲ ਬਿਲਕੁਲ ਤੇ ਹੈ। ਆਪਾਂ ਕਾਲ ਲੈ ਲਈ ਜੀ। ਹੈਲੋ ਜੀ ਸਤਿ ਸ਼੍ਰੀ ਅਕਾਲ। ਚਲੋ ਸਾਹਿਬ ਜੀ ਖਾਲਸਾ ਜੀ ਫਤਿਹ। ਪੱਟੀ ਸਾਹਿਬ ਜੀ ਫਤਿਹ ਜੀ। ਭਾਜੀ ਤੁਹਾਡੀ ਨਾ ਇੱਕ ਮੈਨੂੰ ਬੇਨਤੀ ਹੈ ਤੁਹਾਨੂੰ ਕਿ ਪਿੱਛੋਂ ਆਵਾਜ਼ ਘੱਟ ਕਰ ਲਿਆ ਕਰੋ। ਆਵਾਜ਼ ਮੈਂ ਹੁਣ ਦੂਰ ਬੈਠਾ ਰੇਡੀਓ ਤੋਂ ਬਹੁਤ ਦੂਰ ਬੈਠਾ। ਹਾਂ ਪਲੀਜ਼ ਕਿਉਂਕਿ ਬਹੁਤ ਉੱਚੀ ਹੁੰਦੀ ਆ ਤੇ ਬਹੁਤ ਸਾਰੇ ਕਾਲਰਸ ਜਿਹੜੇ ਨੇ ਉਹ ਕਹਿੰਦੇ ਕਿ ਸਾਨੂੰ ਬੜੀ ਡਿਸਟਰਬਿੰਗ ਹੁੰਦੀ। ਚਲੋ ਸਵਾਲ ਕਰ ਲਓ। ਓਕੇ ਸਵਾਲ ਮੇਰਾ ਐਸਾ ਇਹ ਸੀ ਚਾਵਲਾ ਸਾਹਿਬ ਵੀ ਆਪ ਜੀ ਹੁਣੇ ਕਿਰਪਾਨ ਬਾਰੇ ਗੱਲ ਕਰਦੇ ਸੀਗੇ ਬਹੁਤ ਸੁਲਝੇ ਹੋਏ ਆਪ ਹੋਸਟ ਹੋ। ਭੱਟੀ ਸਾਹਿਬ ਵੀ ਬਹੁਤ ਸੁਲਝੇ ਪੱਤਰਕਾਰ ਨੇ। ਭੱਟੀ ਸਾਹਿਬ ਜੀ ਮੈਨੂੰ ਦੱਸੋ ਮੇਰੀ ਨੌਲੇਜ ਵਾਸਤੇ ਵਾਅਦਾ ਕਰਿਓ ਫਕਰੇ ਕੌਮ ਦੇ ਸਾਹਿਬਜ਼ਾਦੇ ਵੀ ਅੰਮ੍ਰਿਤਧਾਰੀ ਨੇ ਜਾਂ ਬਾਬਾ ਸੀਚੇ ਵਾਲੇ ਅੰਮ੍ਰਿਤਧਾਰੀ ਨੇ? ਇਹ ਵਾਰੀ ਜਿਹੜੀ ਅੰਮ੍ਰਿਤਧਾਰੀ ਨੇ ਤੇ ਫਿਰ ਇਹਨਾਂ ਬਾਰੇ ਕੀ ਮਸਲਾ ਹੁੰਦਾ? ਕਿਰਪਾਨ ਲੈ ਕੇ ਜਾਂਦੇ ਜਾਂ ਕੀ ਕਰਦੇ ਲੋਕ? ਤਾਂ ਦੱਸੋ। ਜਿਹੜੀ ਗੱਲ ਤੁਸੀਂ ਕਰਦੇ ਹੋ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦੀ ਗੱਲ ਜੀ ਉਹ ਅੰਮ੍ਰਿਤਧਾਰੀ ਨਹੀਂ। ਪਰ ਇੱਕ ਵਾਰੀ ਸ਼੍ਰੀ ਸਾਹਿਬ ਦਿਖਾਈ ਦਿੱਤਾ ਸੀ ਉਹਨਾਂ ਦੇ ਔਰ ਦਿਖਾਈ ਦਿੱਤਾ ਸੀਗਾ ਉਹ ਤੇ ਵੈਸੇ ਸ਼ੌਕ ਹੀ ਫਰਮਾਉਂਦੇ ਨੇ ਕਈ ਵਾਰੀ ਨਾ ਜੀ ਉਹ ਅੰਮ੍ਰਿਤਧਾਰੀ ਨਹੀਂ ਹੈਗੇ। ਉਹ ਛੱਕ ਲੈਣਗੇ ਜਲਦੀ ਜੋ ਉਹਨਾਂ ਦੀ ਗੱਲਾਂ ਸੁਣ ਰਹੇ ਨਾ ਉਹਨਾਂ ਦੀ ਉਹ ਛੱਕ ਲੈਣਗੇ ਜਲਦੀ। ਬਾਬਾ ਸੀਚੇਵਾਲ ਜਿਹੜਾ ਵਾ ਉਹ ਵੀ ਅੰਮ੍ਰਿਤਧਾਰੀ ਜੋ ਮੇਰੇ ਦਾਦੇ ਮੁਤਾਬਕ ਅੰਮ੍ਰਿਤਧਾਰੀ ਨਹੀਂ ਹੈ। ਉਹ ਤੇ ਸੇਵਾਦਾਰ ਹੈਗੇ। ਬੇਸਿਕਲੀ ਜਿਹੜਾ ਕੰਮ ਸੀ ਉਹਨਾਂ ਨੂੰ ਉਹ ਕੰਮ ਨਹੀਂ ਸੀ ਦੇਣੇ ਸੀ ਜਿਹੜੇ ਕੰਮ ਕਰਦੇ ਸੀ ਉਹਨਾਂ ਕੋਲ ਉਹੀ ਕੰਮ ਲੈਣਾ ਚਾਹੀਦਾ ਸੀ। ਹੁਣ ਉਹਨਾਂ ਦੀ ਆਲੋਚਨਾ ਸ਼ੁਰੂ ਹੋ ਗਈ ਤਾਂ ਸੀਚੇ ਵਾਲਿਆਂ ਨੇ ਉਦਾਸੀ। ਵੇਖੋ ਜਿਹੜਾ ਰਾਜਨੀਤੀ ਜਾਊਗਾ ਉਹਦਾ ਉਹ ਕੋਈ ਇਹੋ ਜਿਹੇ ਕੰਮ ਹੁੰਦੇ ਨੇ ਜਦੋਂ ਤੁਸੀਂ ਲੋਅ ਲੈਵਲ ਤੇ ਰਹਿ ਕੇ ਕਰ ਸਕਦੇ ਆ ਤੇ ਜਦੋਂ ਤੁਸੀਂ ਹਾਈ ਲੈਵਲ ਤੇ ਚਲ ਜਾਂਦੇ ਆ ਤੇ ਤੁਸੀਂ ਸਮਾਂ ਨਹੀਂ ਦੇ ਸਕਦੇ ਹਨ। ਜੀ ਜੀ ਕੁਝ ਅਗਲਿਆਂ ਦੀਆਂ ਮੰਨਣੀਆਂ ਪੈਂਦੀਆਂ ਨੇ ਤੇ ਕੁਝ ਅਗਲੇ ਬਣਾ ਲੈਂਦੇ ਨੇ। ਹਾਂਜੀ ਬਿਲਕੁਲ ਜੀ ਉਹ ਅੰਮ੍ਰਿਤਧਾਰੀ ਨਹੀਂ ਹੈਗੇ। ਨਹੀਂ ਅੰਮ੍ਰਿਤਧਾਰੀ ਨਾ ਉਹ ਕਿਰਪਾਨ ਪਾਉਂਦੇ ਤੇ ਨਾ ਉਹ ਕਿਰਪਾਨ ਨਾਲ ਲੈ ਕੇ ਤੁਰਦੇ ਨੇ ਜੀ। ਵੈਸੇ ਸਾਡਾ ਜਿਹੜਾ ਇਤਿਹਾਸ ਅਕਾਲੀ ਦਲ ਦਾ ਉਹ ਹੈਗਾ ਸੀ ਕਿ ਉੱਪਰ ਦੀ ਗਾਤਰਾ ਤੇ ਹੱਥ ਤੇ ਨਖੁੱਟੀ ਕਿਰਪਾਨ। ਇਹ ਜਦੋਂ ਤੱਕ ਸੰਤ ਹਰਚੰਦ ਸਿੰਘ ਲੋਂਗੋਵਾਲ ਰਹੇ ਉਦੋਂ ਤੱਕ ਇਹ ਗੱਲ ਰਹੀ ਆ। ਉਸ ਤੋਂ ਬਾਅਦ ਇਹ ਗੱਲ ਖਤਮ ਹੋ ਗਈ ਤੇ ਪ੍ਰਧਾਨ ਦੀ ਮੋਸਟਲੀ ਆਪਣੀ ਕੋਸ਼ਿਸ਼ ਹੁੰਦੀ ਸੀ ਮੈਂ ਇਲੈਕਸ਼ਨ ਕੋਈ ਨਾ ਲੜਾਂ ਮੈਂ ਸਿਰਫ ਆਪਣਾ ਜਿਹੜੀ ਸੀ ਉਹ ਜਥੇਬੰਦੀ ਚਲਾਵਾਂ। ਪੱਟੀ ਸਾਹਿਬ ਪੈਟਰਨ ਤੇ ਜਦੋਂ ਬਣਾਈ ਗਈ ਹੈ ਨਾ ਸ਼ਿਵ ਸੈਨਾ ਉਹਨਾਂ ਦੇ ਮੁਖੀ ਬਾਲ ਠਾਕਰੇ ਨੇ ਇਹ ਕਿਹਾ ਸੀ ਕਿ ਮੈਂ ਕੋਈ ਸਿਆਸੀ ਚੋਣ ਨਹੀਂ ਲੜਨੀ ਮੇਰਾ ਪਰਿਵਾਰ ਵੀ ਲੜੇਗਾ। ਲੇਕਿਨ ਉਹਨਾਂ ਦੇ ਬਾਅਦ ਸਭ ਕੁਝ ਹੋਇਆ। ਹੁਣ ਗੱਲ ਇਹ ਹੈ ਪੱਟੀ ਸਾਹਿਬ ਕਿ ਵਿਧਾਨ ਸਭਾ ਦੇ ਵਿੱਚ ਵੀ ਤਾਂ ਜਾਂਦੇ ਨੇ ਅੰਮ੍ਰਿਤਧਾਰੀ ਬੰਦੇ ਜਾਂਦੇ ਉੱਥੇ ਕਿਉਂ ਨਹੀਂ ਸ੍ਰੀ ਸਾਹਿਬ ਦਾ ਇਹ ਮਸਲਾ ਖੜਾ ਹੁੰਦਾ? ਓਨਲੀ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਫੇਰ ਰਾਗ ਲਾਪਤਾ ਮੇਰੇ ਖਿਆਲ ਦੇ ਵਿੱਚ। ਤਾਂ ਹੁਣ ਸੰਗਰੂਰ ਵਾਲੇ ਇਹ ਜੇ ਬਿਲਕੁਲ ਆਈ ਡੋਂਟ ਨੋ। ਚਲੋ ਅਸੀਂ ਤਾਂ ਮਾਨ ਸਾਹਿਬ ਨੂੰ ਕਵਾਂਗੇ ਵੀ ਜਿਵੇਂ ਤੁਸੀਂ ਜੇ ਅਕਾਲ ਤਖਤ ਸਾਹਿਬ ਦੇ ਕੋਲੋਂ ਪਹਿਲਾਂ ਥਾਪੜਾ ਲੈ ਕੇ ਗਏ ਹੋ ਉਵੇਂ ਚੱਲੋ ਤੇ ਉੱਥੇ ਜਾ ਕੇ ਕੁਝ ਹੁਣ ਜਿਹੜੀ ਤੁਹਾਡੀ ਜ਼ਿੰਦਗੀ ਦੇ ਮਾਨ ਸਾਹਿਬ ਨੇ ਕੀ ਕੀਤਾ ਜੀ ਆਪਣਾ ਸਮਾਂ ਸੇ ਬੀਤ ਗਿਆ। ਮਾਨ ਸਾਹਿਬ ਨੇ 2 ਪੱਤਰ ਲਿਖੇ ਪਹਿਲ ਕਦਮੀ ਕੀਤੀ ਆ। ਇੱਕ ਪੱਤਰ ਲਿਖਿਆ ਵਾ ਜਸਵੰਤ ਸਿੰਘ ਨੂੰ, ਦੂਜਾ ਲਿਖਿਆ ਬੀਬੀ ਦ੍ਰੋਪਦੀ ਮੁਰਮੂ। ਹਾਂਜੀ ਬੜਾ ਉਹਦੇ ਚ ਪੰਜਾਬ ਦੀਆਂ ਮੰਗਾਂ ਲਿਖੀਆਂ ਵੀ ਸਾਡੀਆਂ ਆ ਮੰਗੀਆਂ ਵੀ ਮੈਨੂੰ ਜਿਹੜਾ ਬੰਦਾ ਜਵਾਬ ਦੇਊਗਾ ਪੋਜ਼ਿਟਿਵ ਤੇ ਮੈਂ ਉਹਨੂੰ ਆਪਣੀ ਵੋਟ ਪਾਊਂ। ਸਹੁੰ ਚੁੱਕੋਗੇ ਤੇ ਪਾਓਗੇ ਤੇ ਜੇ ਨਹੀਂ
ਕੇ ਫਿਰ ਮੈਂ ਸੋਚੂਗਾ ਕੀ ਕਰਾਂ। ਬਿਲਕੁਲ ਤੁਹਾਡੀ ਗੱਲ ਸੋਚ ਚੁੱਕੇ ਤੇ ਵੋਟ ਪਾਉਂਗੇ, ਇਹ ਗੱਲ ਤੁਹਾਡੀ ਠੀਕ ਹੈ। ਚਲੋ ਆਪਾਂ ਅਗਲੀ ਕਾਲ ਲੈ ਲਈਏ ਜੀ। ਹੈਲੋ ਹੈਲੋ ਜੀ ਚਾਵਲਾ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਹਾਂਜੀ, ਪੱਟੀ ਸਾਹਿਬ, ਸਰ ਤੁਹਾਨੂੰ ਯਾਦ ਹੋਣਾ ਉਹ ਭਰਤੀਆਂ ਦੀ ਗੱਲ ਕਰਦੇ ਸੀ ਤੇ ਤੁਸੀਂ ਉਦਾਹਰਨ ਸਰ ਇਹ ਦਿੱਤਾ ਸੀ ਵੀ ਕੈਪਟਨ ਸਾਹਿਬ ਵੀ ਬਾਹਰੋਂ ਭਰਤੀ ਕਰਦੇ ਰਹੇ ਆ, ਯਾਦ ਹੈ ਸਰ? ਕੁਝ ਕੁ ਦਿਨਾਂ ਦੀ ਗੱਲ ਹੈ। ਕਿੱਦਾਂ ਕਿੱਦਾਂ ਭਰਤੀਆਂ ਦੀ ਗੱਲ ਤੇ ਤੁਸੀਂ ਕਿਹਾ ਸੀ ਕਿ ਕੈਪਟਨ ਸਾਹਿਬ ਵੀ ਬਾਹਰੋਂ ਭਰਤੀਆਂ ਉਹਨਾਂ ਦੇ ਰਾਜ ਵੇਲੇ ਵੀ ਬਾਹਰੋਂ ਭਰਤੀਆਂ ਕਰਦੇ। ਹਾਂਜੀ, ਅੱਛਾ। ਮੈਂ ਸਰ ਉਦਾਂ ਟਾਈਮ ਹੋ ਗਿਆ ਸੀ ਮੇਰਾ, ਮੈਂ ਥੋੜਾ ਜਿਹਾ ਕਹਿਣਾ ਸੀ ਵੀ ਮੇਰੇ ਖਿਆਲ ਚ ਉਹਦੇ ਚ ਫਰਕ ਆ। ਕੈਪਟਨ ਸਾਹਿਬ ਨੇ ਜੇ ਬਾਹਰੋਂ ਪੁਲਿਸ ਚ ਬੰਦੇ ਭਰਤੀ ਕੀਤੇ, ਚਾਹੇ ਉਹ ਸੀਐਮ ਸਿਕਿਉਰਿਟੀ ਦੇ ਵਿੱਚ ਸੀ, ਲੇਕਿਨ ਉਹ ਸੀਐਮ ਪੰਜਾਬ ਦਾ, ਉਹ ਮਤਲਬ ਕਿ ਪੰਜਾਬ ਦੇ ਲਈ ਵਰਕ ਤਾਂ ਕਰਦੇ ਸੀ ਨਾ, ਆਪਣੀ ਸਰਵਿਸ ਤਾਂ ਪੰਜਾਬ ਸੀਐਮ ਲਈ ਦੇ ਰਹੇ ਸੀ ਨਾ। ਲੇਕਿਨ ਹੁਣ ਇਹ ਜਿਹੜਾ ਆ ਬਾਹਰੋਂ ਲਿਆ ਕੇ ਬੰਦੇ, ਇਹ ਤਾਂ ਪਾਰਟੀ ਦਾ, ਉਹ ਨਹੀਂ ਸੋਸ਼ਲ ਮੀਡੀਆ ਦੇ ਉੱਤੇ, ਉਹ ਨਹੀਂ ਪਾਰਟੀ ਦੀ ਦੂਜਾ ਕੀ ਉਹਨੂੰ ਕਹਿੰਦੇ ਆ ਵੀ ਚਲਾਉਣ ਵਾਸਤੇ ਉਹ ਲਿਆਂਦੇ ਬੰਦੇ। ਉਹ ਪੰਜਾਬ ਦੀ ਗਵਰਨਮੈਂਟ ਵਾਸਤੇ ਜਾਂ ਪੰਜਾਬ ਸਰਕਾਰ ਦਾ ਤਾਂ ਕੋਈ ਕੰਮ ਕਰਨ ਨੂੰ ਲਿਆਂਦੇ ਨਹੀਂ, ਲੇਕਿਨ ਤਨਖਾਹ ਪੰਜਾਬ ਦੇ ਖਜ਼ਾਨੇ 'ਚ ਜਾ ਰਹੀ ਆ। ਫਿਰ ਦੂਜਾ ਉਹਨਾਂ ਨੂੰ ਉੱਥੇ ਕੋਠੀ ਦਿੱਤੀ ਗਈ ਆ ਸਰਕਾਰੀ, ਮਤਲਬ ਕਿ ਬਾਹਰੋਂ ਲਿਆ ਕੇ ਬੰਦੇ ਪੰਜਾਬ ਆਈਟੀ ਸੈੱਲ ਦੇ ਬੰਦੇ ਬਾਹਰੋਂ ਭਰਤੀ ਕਰਕੇ ਲੱਖਾਂ ਰੁਪਏ ਉਹਨਾਂ ਨੂੰ ਤਨਖਾਹ ਦੇ ਕੇ, ਗੱਡੀਆਂ ਦੇ ਕੇ, ਕੋਠੀ ਦੇ ਕੇ ਤੇ ਪੰਜਾਬ ਦੇ ਸਿਰ ਦੇ ਉੱਤੇ ਬੋਝ ਪਾ ਦਿੱਤਾ ਗਿਆ। ਕਹਿਣ ਤੋਂ ਭਾਵ ਤੁਹਾਡਾ ਹੈ ਕਿ ਕੰਮ ਪਾਰਟੀ ਲਈ ਕਰ ਰਹੇ, ਕੰਮ ਪਾਰਟੀ ਲਈ। ਮਿਹਰਬਾਨੀ। ਵੇਖੋ ਵੀਰ ਜੀ, ਅਸੀਂ ਤੇ ਲੋਕਾਂ ਨੂੰ ਜਾਣਕਾਰੀ ਦੇ ਸਕਦੇ ਹਾਂ। ਫੈਸਲਾ ਤਾਂ ਲੋਕਾਂ ਨੇ ਕਰਨਾ, ਤੇ ਉਹਨਾਂ ਫੈਸਲਾ ਗਲਤ ਕੀਤਾ ਕਿ ਸਹੀ ਕੀਤਾ। ਸਾਡਾ ਕੰਮ ਸਿਰਫ ਲੋਕਾਂ ਨੂੰ ਜਾਣਕਾਰੀ ਦੇਣਾ ਤੇ ਭਾਈ ਆਹ ਗਲਤ ਹੋ ਰਿਹਾ। ਤੁਸੀਂ ਵੀ ਦਰਦ ਰੱਖਿਆ, ਤੁਸੀਂ ਇਹ ਗੱਲ ਕੀਤੀ, ਚੰਗੀ ਗੱਲ। ਇਹ ਤੋਂ ਬਾਅਦ ਅਸੀਂ ਕੀ ਕਰ ਸਕਦੇ? ਤੁਸੀਂ ਆਪ ਸਿਆਣੇ, ਤੁਸੀਂ ਦੱਸੋ ਅਸੀਂ ਕੀ ਕਰੀਏ? ਅਸੀਂ ਉਹੀ ਕੁਝ ਕਰ ਦੇਂਗੇ ਅਸੀਂ ਜੀ। ਭਰਤੀਆਂ ਵੇਖੋ, ਉਦੋਂ ਕੈਪਟਨ ਅਮਰਿੰਦਰ ਸਿੰਘ ਨੇ ਬਾਹਰੋਂ ਲਿਆ ਕੇ ਦੇ ਦੋ, ਉਦੋਂ ਫਿਰ ਇਹਨਾਂ ਨੇ ਇਹਦੇ ਚੇਤੇ ਸੀ ਨਾ ਕੱਤੀ ਸ਼ੂਟਰ ਸਨ ਜੀ। ਉਹ ਭਾਈ ਪੰਜਾਬ ਦੇ ਮੁੰਡਿਆਂ ਤੋਂ ਵੱਡਾ ਸ਼ੂਟਰ ਕਿਹੜਾ ਹੈਗਾ ਤੁਹਾਨੂੰ ਦੱਸ ਦਿਓ ਪਹਿਲਾਂ। ਪੰਜਾਬ ਦੇ ਮੁੰਡਿਆਂ ਤੋਂ ਦਲੇਰੀ ਕਿਹਦੇ ਕੋਲ ਹੈਗੀ? ਜੇ ਪੰਜਾਬ ਦੇ ਵਿੱਚੋਂ ਹਾਲਾਤ ਸ਼ਾਂਤ ਕੀਤੇ ਤੇ ਨਾ ਸੀਆਰਪੀ ਨੇ ਕੀਤੀ, ਨਾ ਬੀਐਸਐਫ ਨੇ ਕੀਤੀ ਜੀ, ਉਹ ਪੰਜਾਬ ਦੇ ਮੁੰਡਿਆਂ ਨੇ ਕੀਤੀ। ਚਲੋ ਆਪਾਂ ਕਾਲ ਇੱਕ ਲੈ ਲਈਏ ਹੋਰ। ਹੈਲੋ ਹਾਂਜੀ, ਚਾਵਲਾ ਸਾਹਿਬ ਤੇ ਪੱਟੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਭਾਈ ਖਾਲਸਾ, ਭਾਈ ਫਤਿਹ ਜੀ ਖਾਲਸਾ ਜੀ। ਮੈਨੂੰ ਇਉਂ ਦੱਸੋ ਬਈ, ਜਿੰਨਾ ਕਾਮਯਾਬ ਭਗਵੰਤ ਮਾਨ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਸੀ, ਕੀ ਉਹ ਪੰਜਾਬ ਦੇ ਸੀਐਮ ਦੀ ਜਿਹੜੀ ਉਹਦੀ ਡਿਊਟੀ ਹੈ ਉਹਨੂੰ ਉਹ ਜਾਣਦਾ, ਉਹ ਕਰ ਰਿਹਾ ਜਾਂ ਫੇਲ ਆ ਉੱਥੇ? ਇੱਕ ਨੰਬਰ 2, ਕੀ ਆਮ ਆਦਮੀ ਪਾਰਟੀ ਵਿੱਚ ਵੀ ਕੁਛ ਇਹੋ ਜਿਹੇ ਐਮਐਲਏ ਹੈਗੇ ਜਾਂ ਵਰਕਰ ਹੈਗੇ ਜਿਹੜੇ ਨਸ਼ੇ ਵਾਲਿਆਂ ਦੀ ਸਹਾਇਤਾ ਕਰਦੇ ਹੋਣ? ਜਾਂ ਚਲੋ ਮੈਂ ਸਿੱਧਾ ਇਲਜ਼ਾਮ ਤਾਂ ਨਹੀਂ ਲਾਉਂਦਾ ਵੀ ਉਹ ਆਪ ਨਸ਼ਾ ਵੇਚਦੇ ਆ, ਲੇਕਿਨ ਹੋ ਸਕਦਾ ਵੀ ਉਹ ਠੁੰਮਣਾ ਦਿੰਦੇ ਹੋਣ। ਇਹ ਦੱਸਿਓ ਸਾਹਿਬ। ਦੂਜਾ, ਆਪਣੇ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਣਾ ਨੂੰ ਕਿਰਪਾਨ ਦਾ ਮਸਲਾ ਹੁਣ ਇਉਂ ਨਿਬੇੜਨਾ ਚਾਹੀਦਾ ਵੀ ਜੋ ਪਾਰਲੀਮੈਂਟ ਦਾ ਅਸੂਲ ਆ ਉਹਨੂੰ ਫਾਲੋ ਕਰਨਾ ਚਾਹੀਦਾ ਤੇ ਅੰਦਰ ਜਾ ਕੇ ਪੰਜਾਬ ਦੀ ਗੱਲ ਕਰੋ। ਬਿਲਕੁਲ ਜੀ, ਬਿਲਕੁਲ, ਮੈਂ ਤੁਹਾਡੇ ਨਾਲ ਸਹਿਮਤ ਹਾਂ ਜੀ। ਥੈਂਕ ਯੂ ਖਾਲਸਾ ਜੀ। ਪਹਿਲੀ ਗੱਲ ਤੇ ਤੁਸੀਂ ਮੇਰੇ ਨਾਲ ਬਹੁਤ ਜ਼ਿਆਦਾ ਸਿਆਣੇ ਹੋ। ਤੁਸੀਂ ਮਹਿਸੂਸ ਕਰਦੇ ਹੋ ਕਿ ਭਗਵੰਤ ਮਾਨ ਪੰਜਾਬ ਦਾ ਸੀਐਮ ਤਾਂ ਕੋਈ ਹੋਰ ਆ? ਆਪਾਂ ਬਾਰ-ਬਾਰ ਡਿਸਕਸ ਕਰਦੇ ਰਹੇ ਵੀ 3 ਟੇਬਲ ਲੱਗੇ ਨੇ, ਜਿੱਥੇ ਜਾ ਕੇ ਅਫਸਰਾਂ ਦੀਆਂ ਬਦਲੀਆਂ ਹੋਣੀਆਂ, ਉਹਨਾਂ ਨੂੰ ਅਪਾਇੰਟਮੈਂਟਾਂ ਮਿਲਣੀਆਂ, ਉਹ ਜਾ ਕੇ ਦਿੱਲੀ ਵਾਲੇ ਟੇਬਲ ਤੇ ਹੋਣੀਆਂ। ਜਿਹੜੀਆਂ ਸੌਦੇਬਾਜ਼ੀਆਂ ਹੋਣੀਆਂ ਉਹ 50 ਨੰਬਰ ਕੋਠੀ 'ਚ ਹੋਣੀਆਂ ਨੇ। ਤੇ ਭਗਵੰਤ ਮਾਨ ਤੋਂ ਉਹਦੇ ਕੋਲ ਜਾਣਾ ਜਿਹੜਾ ਲਵਾਰਸ ਆ, ਜਿਹਦੀ ਤੇਰੇ ਕੋਈ ਪੁਰ ਪਹੁੰਚ ਨਹੀਂ ਹੈਗੀ। ਭਗਵੰਤ ਮਾਨ ਜਿਹੜੇ ਉਹ ਕਾਗਜ਼ੀ ਪੱਤਰੀ ਸੀਐਮ, ਲੇਕਿਨ ਚਲਾ ਕੋਈ ਹੋਰ ਰਿਹਾ, ਤੇ ਉਹ ਵੀ ਕਹਿੰਦੇ ਕੁਰਸੀ ਬੜੀ ਹੈ, ਕੋਈ ਜਿਹੜੀ ਨੰਦ ਲਓ ਵਿਖੀ ਜੋ। ਤੁਹਾਡੀ ਗੱਲ ਬਿਲਕੁਲ ਠੀਕ ਹੈ। ਜਿਹੜੀ ਦੂਸਰੀ ਗੱਲ ਤੁਸੀਂ ਨਸ਼ਿਆਂ ਦੀ ਗੱਲ ਕੀਤੀ ਆ, ਖਾਲਸਾ ਜੀ 92 ਦੇ ਵਿੱਚੋਂ 52 ਐਮਐਲਏ ਦੇ ਖਿਲਾਫ ਮੁਕੱਦਮੇ ਚੱਲਦੇ ਨੇ, ਜਿਹਦੇ ਵਿੱਚੋਂ 20 ਗੰਭੀਰ ਨੇ, ਜਿਨ੍ਹਾਂ ਵਿੱਚ ਨਸ਼ੇ ਵੀ ਸ਼ਾਮਲ ਨੇ। ਤੇ ਫਿਰ ਤੁਸੀਂ ਆਪ ਅੰਦਾਜ਼ਾ ਲਾ ਲਓ ਵੀ ਉਹ ਕੀ ਕਰਦੇ ਹੋਣਗੇ, ਸਿਗਾ ਕੀ ਕਰਨਗੇ। ਬਸ ਰਹਿਣ ਦੇ ਸ਼ੇਰ ਨਾ ਦਰਦਾਂ ਨੂੰ। ਸਮਾਂ ਹੋ ਗਿਆ ਸਮਾਪਤੀ ਵਾਲਾ। ਕੱਲ ਸਵੇਰੇ 9 ਵਜੇ ਫੇਰ ਦੋਸਤੋ ਸਾਡੀ ਮੁਲਾਕਾਤ ਹੋਣੀ ਆ ਪੱਟੀ ਸਾਹਿਬ ਦੀ ਤੇ ਮੇਰੀ, ਇੱਥੋਂ ਦੇ 10 ਵਜੇ।
ਅਸੀਂ ਚਾਵਲਾ ਸਭ ਕੋਈ ਪ੍ਰੋਗਰਾਮ ਆਪਣਾ ਹੋਰ ਲਿਖਿਆ ਹੁੰਦਾ, ਹੋਰ ਪ੍ਰੋਗਰਾਮ ਰਹਿ ਜਾਂਦਾ ਸਾਰਾ। ਕੋਈ ਗੱਲ ਨਹੀਂ, ਇਹ ਵੀ ਆਪਾਂ ਇਹਦਾ ਮਤਲਬ ਇਹ ਨਹੀਂਗਾ ਕਿ ਅਸੀਂ ਲੀਕ ਕੇ ਪੈਨੇ, ਇਹਦਾ ਮਤਲਬ ਲੀਕ ਦਾ ਪਰ ਚੱਲਦਾ ਕਿਸੇ ਹੋਰ ਪਾਸੇ ਨੂੰ ਆ, ਇਹ ਵੀ ਇੱਕ ਵਿਲੱਖਣਤਾ। ਗੁੱਡ ਮਾਰਨਿੰਗ ਸ਼ੋ 10 ਵਜੇ ਤੋਂ ਲੈ ਕੇ 11 ਵਜੇ ਤੱਕ ਹੋਵੇਗਾ, ਵੈਸੇ 9 ਤੋਂ 10 ਤੁਸੀਂ ਅਰਸ਼ ਨੂੰ ਸੁਣੋਗੇ ਤੇ 10 ਤੋਂ 11 ਮੈਂ ਹਾਜ਼ਰ ਹੋਵਾਂ। ਮੇਰੀ ਆਪਣੀ ਕੋਸ਼ਿਸ਼ ਹੁੰਦੀ ਵੀ ਸਾਨੂੰ ਵੱਧ ਤੋਂ ਵੱਧ ਜਿਹੜੇ ਨੇ ਸਾਡੇ ਸਰੋਤੇ ਸਵਾਲ ਕਰਨ, ਅਸੀਂ ਉਹਨਾਂ ਦਾ ਜਵਾਬ ਦੇਈਏ ਜਿੰਨੀ ਸਾਨੂੰ ਜਾਣਕਾਰੀ। ਸਵਾਲ ਤਾਂ ਅਸੀਂ ਪਹਿਲਾਂ ਲੈ ਲਈਦੇ ਆ, ਕਾਲ ਤੇ ਨਹੀਂ ਮਿਸ ਹੋਣ ਦੇਈਦੀ ਕੋਈ, ਜੋ ਹੋ ਵੀ ਜਾਵੇ ਦੇਖੇ ਮਾਰੇ ਚਾਚਾ। ਚਲੋ ਮਿਲਦੇ ਆ ਫਿਰ, ਆਪ ਰੱਖਾ ਭੁੱਲਾਂ ਚੁੱਕਾਂ ਦੀ ਮਾਫੀ। ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।